ਉਹਦਾ ਉਹਨਾਂ ਚਿਰ ਤੱਕ ਪ੍ਰੋਵੀਜ਼ਨਲ ਆਈਟੀਸੀ ਰਹੂਗਾ ਤੇ ਕ੍ਰੈਡਿਟ ਲੈਜਰ ਦੇ ਵਿੱਚ ਦੋ ਤਰ੍ਹਾਂ ਦੇ ਆਈਟੀਸੀ ਸ਼ੋ ਹੋਣਗੇ, ਪ੍ਰੋਵੀਜ਼ਨਲ ਤੇ ਫਾਈਨਲ। ਸਿਸਟਮ ਦੇ ਵਿੱਚ ਜੇ ਤੁਸੀਂ ਪਹਿਲਾਂ ਪ੍ਰੋਵੀਜ਼ਨਲ ਚੱਕਣ ਦੀ ਕੋਸ਼ਿਸ਼ ਕਰੋਗੇ ਤਾਂ ਸਿਸਟਮ ਤੁਹਾਨੂੰ ਦੱਸ ਦੂਗਾ ਵੀ ਤੁਹਾਡੇ ਕੋਲ ਫਾਈਨਲ ਆਈਟੀਸੀ ਪਿਆ, ਪਹਿਲਾਂ ਉਹ ਕੰਜ਼ਿਊਮ ਕਰੋ ਫਿਰ ਪ੍ਰੋਵੀਜ਼ਨਲ ਕੰਜ਼ਿਊਮ ਹੋਊਗਾ। ਇਸੇ ਕਰਕੇ ਇੱਥੇ ਵਰਡ ਬਿਜ਼ਨਸ ਲੋਨ ਫੈਸਿਲਿਟੀ ਜਿਹਦੇ ਵਿੱਚ ਤੁਸੀਂ ਵਿਦਆਊਟ ਐਨੀ ਕੋਲੈਟਰਲ ਸਿਕਿਉਰਿਟੀ ਤੁਸੀਂ ਆਪਦੇ ਲਿਮਿਟ ਜਾਂ ਲੋਨ ਹੈ ਜਿਹੜਾ ਉਹ ਅਵੇਲ ਕਰ ਸਕਦੇ ਹੋ। ਕਮਰਸ਼ੀਅਲ ਵਹੀਕਲ ਵਾਸਤੇ ਹੈਗਾ, ਕਾਰ, ਟੂ ਵੀਲਰ, ਯੂ ਜਸਟ ਨੇਮ ਇਟ ਐਂਡ ਵੀ ਹੈਵ ਕਿਸੇ ਵੀ ਤਰ੍ਹਾਂ। ਵਿਦ ਦਿਸ ਮੈਂ ਆਪਦੇ ਬੈਂਕ ਬਾਰੇ ਤੁਹਾਨੂੰ ਆਲਰੇਡੀ ਕਾਫੀ ਦੱਸ ਚੁੱਕਿਆ ਜੀ। ਆਈ ਐਮ ਥੈਂਕਫੁਲ ਟੂ ਮਨਜਿੰਦਰ ਜੀ, ਉਹਨਾਂ ਨੇ ਆਪਾਂ ਨੂੰ GST ਹੁਣ ਦੇਖੋ ਰਤਨਾ ਸਟੀਲਸ ਨੇ ਆਪਦੇ ਵੱਲੋਂ GSTR 1A ਦੇ ਵਿੱਚ 18000 ਰੁਪਇਆ ਜਿਹੜਾ ਕਿ ਉਹਦਾ ਕ੍ਰੈਡਿਟ ਸੀ ਉਹ ਐਡ ਕਰ ਦਿੱਤਾ। ਹੁਣ ਫਿਰ ਦੁਬਾਰਾ ਸਿਸਟਮ ਚੈੱਕ ਕਰੂਗਾ 1A ਹੁਣ ਜਿਹੜੀ CGST ਤੇ SGST IGST ਦਾ ਕ੍ਰੈਡਿਟ ਮੈਂ ਤਿੰਨੋਂ ਦਾ ਯੂਜ਼ ਕਰ ਸਕਦਾ ਹਾਂ। CGST ਦਾ ਕ੍ਰੈਡਿਟ ਮੈਂ I ਦੇ ਅਗੇਂਸਟ ਯੂਜ਼ ਕਰ ਸਕਦਾ, S ਦੇ ਅਗੇਂਸਟ ਨਹੀਂ ਕਰ ਸਕਦਾ। SGST ਦਾ ਕ੍ਰੈਡਿਟ ਮੈਂ I ਦੇ ਅਗੇਂਸਟ ਯੂਜ਼ ਕਰ ਸਕਦਾ ਲੇਕਿਨ C ਦੇ ਅਗੇਂਸਟ ਨਹੀਂ ਕਰ ਸਕਦਾ। ਸੋ ਸਟੇਟ ਤੇ ਸੈਂਟਰ ਦੀ ਆਪਸ ਇੰਟਰਚੇਂਜ ਹੋਏਗੀ, ਬਾਕੀ ਸਭ ਲਾਊਗਾ। ਠੀਕ ਹੈ, ਕਰਦਾ ਇੱਕ ਟੈਕਸ ਪੇਅਰ ਤੋਂ ਲੈ ਕੇ GST ਸੁਵਿਧਾ ਪ੍ਰੋਵਾਈਡਰ ਜੇ ਉਹ ਲੈਣਾ ਚਾਹੁੰਦਾ, ਉਸ ਤੋਂ ਬਾਅਦ ਰਜਿਸਟ੍ਰੇਸ਼ਨ ਰਿਟਰਨ ਫਾਈਲਿੰਗ ਇਹਨਾਂ ਨੇ ਕਰਨੀ ਹੈ, ਉਹ GST ਸਿਸਟਮ ਦੇ ਵਿੱਚ ਜਾਊਗੀ। ਨੈਕਸਟ ਆ ਗਏ ਕਿ ਕਿਹੜੇ ਕਿਹੜੇ ਮੋਡ ਹੈਗੇ ਆ ਜਿਨ੍ਹਾਂ ਰਾਹੀਂ ਆਪਾਂ ਪੇਮੈਂਟ ਕਰ ਸਕਦੇ ਹਾਂ। ਉੱਥੇ ਲਿਖਿਆ ਹੋਇਆ ਦੇਖੋ ਅਪ ਟੂ 10000 ਆਨਲਾਈਨ ਜਾਂ ਨੈਟ ਬੈਂਕਿੰਗ ਅਨਲਿਮਿਟਡ ਹੈ, RTGS, ਨੈਫਟ ਜਾਂ ਓਵਰ ਦਾ ਕਾਊਂਟਰ, ਇਹ ਤਿੰਨ ਲਿਮਿਟਡ ਹੈ। 10000 ਤੋਂ ਵੱਧ ਆਪਾਂ ਇੱਥੇ ਨਹੀਂ ਕਰ ਸਕਦੇ। ਸਿਸਟਮ ਨੇ ਤੁਹਾਡਾ ਟੈਕਸ ਬਣਾਤਾ, ਉਹਦੇ ਸਿਸਟਮ ਨੇ ਤੁਹਾਡਾ ਟੈਕਸ 25000 ਬਣਾਇਆ, ਤੁਸੀਂ ਕਹਿੰਦੇ ਕਿ ਮੈਨੂੰ 25000 ਦਾ ਚਲਾਨ ਜਨਰੇਟ ਕਰ ਦਿਓ। ਜੋ ਕਿ ਸਿਸਟਮ ਨੇ 25000 ਇਸ਼ੀ ਨਾਮ ਤੋਂ ਸਾਰਾ ਸਮਝ ਆ ਗਈ। GSTR 1 2 3 ਇਹਦਾ ਸਿਸਟਮ ਸਾਰਾ 20 ਦਿਨਾਂ ਚ ਚੱਲਣਾ ਹੈ, ਉਹਦੇ ਵਿੱਚ ਹੀ ਸਾਰਾ ਕ੍ਰੈਡਿਟ ਸੈਟ ਹੋਣਾ। ਹੁਣ ਦੇਖੋ ਇੱਥੇ ਕ੍ਰੈਡਿਟ ਦਾ ਫਲੋ ਦਿਖਾਇਆ ਹੋਇਆ ਹੈ, ਆਪਾਂ ਕਿਸ ਤਰੀਕੇ ਨਾਲ ਕ੍ਰੈਡਿਟ ਐਡਜਸਟਮੈਂਟ ਕਰ ਸਕਦੇ ਹਾਂ। ਵੈਸੇ ਮੈਨੂੰ ਕਰਕੇ 10000 ਦਾ ਚਲਾਨ ਹੋਊਗਾ, 15000 ਤੁਹਾਨੂੰ ਨੈਟ ਬੈਂਕਿੰਗ ਜਾਂ ਹੋਰ ਸਿਸਟਮ ਨਾਲ ਕਰਨਾ ਪਊਗਾ। ਸਿਸਟਮ ਨਹੀਂ ਜਨਰੇਟ ਕਰਨਾ ਹੈ। ਜਿਹੜੇ ਪਹਿਲਾਂ ਆਫਲਾਈਨ ਮੋਡ ਦੇ ਵਿੱਚ ਚਲਾਨ ਹੁੰਦੇ ਸੀਗੇ ਡਿਪਾਰਟਮੈਂਟ ਦੇ, ਉਹ ਸਾਰੇ ਖਤਮ ਹੋ ਗਏ। ਆਫਲਾਈਨ ਮੋਡ ਦੇ ਵਿੱਚ ਕੋਈ ਚਲਾਨ ਨਹੀਂ ਜਨਰੇਟ ਹੋ ਸਕਦਾ, ਸਾਰੇ ਜਿਹੜੇ ਚਲਾਨ ਹੈ ਆਨਲਾਈਨ ਮੋਡ ਦੇ ਵਿੱਚ ਜਨਰੇਟ ਹੋਣਗੇ। ਇਸੇ ਕਰਕੇ ਜਦੋਂ ਤੁਸੀਂ ਸਿਸਟਮ ਦੇ ਵਿੱਚ 15000 ਦਾ ਚਲਾਨ ਜਨਰੇਟ ਕਰਨ ਦੀ ਕੋਸ਼ਿਸ਼ ਕਰੋਗੇ, ਸਿਸਟਮ ਤੁਹਾਨੂੰ ਆਪਣੇ ਆਪ ਕਹਿ ਦਊਗਾ ਕਿ ਚਲਾਨ 10000 ਦਾ ਜਨਰੇਟ ਹੋਊਗਾ, 5000 ਦੀ ਜਿਹੜੀ ਪੇਮੈਂਟ ਹੈ ਉਹ ਆਨਲਾਈਨ ਹੋਊਗੀ ਨੈਟ ਬੈਂਕਿੰਗ ਦੇ ਰਾਹੀਂ। DFC ਵੱਲੋਂ ਕੀਤੇ ਉਪਰਾਲੇ ਦੇ ਵਿੱਚ ਸ਼ਾਮਲ ਸਾਡੇ ਸ਼ਹਿਰ ਦੇ, ਸਾਡੇ ਜ਼ਿਲ੍ਹੇ ਦੇ, ਸਾਡੇ ਵਪਾਰੀ ਵਰਗ ਦੇ, ਸਾਡੇ ਦੋਸਤ, ਸਾਡੇ ਬਹੁਤ ਹੀ ਸਤਿਕਾਰਯੋਗ SDM ਸਾਹਿਬ ਡਾਕਟਰ ਨਰਿੰਦਰ ਸਿੰਘ ਜੀ ਢਾਲੀਵਾਲ, SDM ਗਿੱਦੜਵਾ, ਤਹਿਸੀਲਦਾਰ ਸਾਹਿਬ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰੈਸ, ਬੜੇ ਸਬਰ ਦੇ ਨਾਲ, ਬੜੇ ਸੰਜਮ ਤੇ ਸਹਿਜ ਦੇ ਨਾਲ ਕਾਫੀ ਸਮੇਂ ਤੋਂ GST ਤੇ ਜਿਹੜਾ ਵਧੀਆ ਪੂੰਜੀਵਤ ਜਿਹੜਾ ਲੈਕਚਰ ਹੈ PPT ਦੇ ਰੂਪ ਦੇ ਵਿੱਚ ਸੁਣ ਰਹੇ ਹੋ ਤੇ ਵੇਖ ਰਹੇ ਹੋ। ਵਧੀਆ ਲੱਗ ਰਿਹਾ ਸੀ ਜਿਸ ਤਰ੍ਹਾਂ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੇ ਵਿੱਚ ਤੁਹਾਡੇ ਮਾਸਟਰ ਟ੍ਰੇਨਰ ਸਾਡੇ ਸੀਨੀਅਰ ਆਫੀਸਰ ਮਨਜਿੰਦਰ ਜੀ ਨੇ ਤੁਹਾਨੂੰ ਇਹਨਾਂ ਦੇ ਬਾਰੇ ਦੱਸਿਆ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਅਸੀਂ ਬੈਠ ਤੋਂ GST ਵੱਲ ਟ੍ਰਾਂਜੀਸ਼ਨ ਸਾਡੀ ਹੋ ਰਹੀ ਹੈ। ਸੋ ਇਸ GST ਨੂੰ ਲੈ ਕੇ ਕਾਫੀ ਕਿਸਮ ਦੇ ਜਿਹੜੇ ਖਦਸ਼ੇ ਨੇ, ਬੜੀਆਂ ਐਪਰੀਹੈਂਸ਼ਨਸ ਨੇ। ਉਹ ਸੁਭਾਵਿਕ ਹੈ, ਜਦੋਂ ਅਸੀਂ ਇੱਕ ਫੀਲਡ ਤੋਂ ਦੂਸਰੇ ਫੀਲਡ ਦੇ ਵਿੱਚ ਜਾਂਦੇ ਹਾਂ ਤਾਂ ਉਹ ਇਸ ਤਰ੍ਹਾਂ ਦਾ ਲੱਗਦਾ ਵੀ ਪਤਾ ਨਹੀਂ ਕੀ ਹੋਊਗਾ, ਬੜੇ ਤੌਖਲੇ ਸਾਨੂੰ ਲੱਗਦੇ ਨੇ। ਸੋ ਮੈਨੂੰ ਲੱਗਦਾ ਵੀ ਅਸੀਂ ਇਸ ਅੱਜ ਦੇ ਸੈਸ਼ਨ ਦੇ ਵਿੱਚ ਜਿਸ ਤਰ੍ਹਾਂ ਅਸੀਂ ਸੁਣਿਆਗਾ, ਵੇਖਿਆਗਾ, ਸੋ ਅਸੀਂ ਬੈਠ ਨਾਲੋਂ ਵਧੀਆ, ਸਰਲ ਤੇ ਸੌਖੇ ਇੱਕ ਵਿਧੀ ਦੇ ਵਿੱਚ, ਪ੍ਰੋਸੀਜਰ ਦੇ ਵਿੱਚ ਜਾ ਰਹੇ ਹਾਂ। ਸੋ ਮੈਂ ਆਸ ਕਰਦਾ ਵੀ ਅੱਜ ਦੇ ਸੈਸ਼ਨ ਤੋਂ ਤੁਸੀਂ ਸਾਰਿਆਂ ਨੇ ਬੜਾ ਵਧੀਆ ਲਾਹਾ ਲਿਆ ਹੋਵੇਗਾ। ਜਿੱਥੇ ਅਸੀਂ ਤੁਹਾਡਾ ਸਾਰਿਆਂ ਦਾ ਇੱਥੇ ਸ਼ਾਮਲ ਹੋਣ ਤੇ ਧੰਨਵਾਦ ਕਰਦੇ ਹਾਂ। HDFC ਦਾ ਖਾਸ ਕਰਕੇ ਇਸ ਉਚੇਚੇ ਉਪਰਾਲੇ ਲਈ ਜਿਨ੍ਹਾਂ ਨੇ ਇਹ ਵਧੀਆ ਪ੍ਰੋਗਰਾਮ ਉਲੀਕਿਆ ਹੈਗਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਸ ਕਰਦੇ ਹਾਂ ਵੀ ਇਸ ਤਰ੍ਹਾਂ ਦੇ ਛੋਟੇ ਛੋਟੇ ਪ੍ਰੋਗਰਾਮ ਹੋਰ ਜਿਹੜੇ ਉਲੀਕ ਕੇ ਇਸ ਤਰ੍ਹਾਂ ਦੇ ਸਾਡੇ ਮਾਸਟਰ ਟ੍ਰੇਨਰਸ ਨੂੰ ਵਪਾਰੀ ਵਰਗ ਦੇ ਨਾਲ ਇੰਟਰੈਕਟ ਕਰਵਾ ਕੇ ਇਹ ਤੌਖਲੇ ਦੂਰ ਕਰਾਂਗੇ। ਤੇ ਅਸੀਂ ਜਦੋਂ GST ਲਾਗੂ ਕਰਾਂਗੇ ਤਾਂ ਉਸੋਂ ਅਸੀਂ ਰਾਹਤ ਮਹਿਸੂਸ ਕਰਾਂਗੇ, ਅਸੀਂ ਸੌਖ ਮਹਿਸੂਸ ਕਰਾਂਗੇ ਵੀ ਇੱਕ ਵਧੀਆ ਜਿਹੜਾ
ਇੱਕ ਅਸੀਂ ਵਿਧੀ ਹੈ, ਸਰਲ ਵਿਧੀ ਹੈ, ਉਹਨੂੰ ਅਪਣਾਉਣ ਜਾ ਰਹੇ ਹਾਂ, ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਅਤੇ ਸਾਡੇ ਦੇਸ਼ ਲਈ ਬੜੀ ਵਧੀਆ ਸਾਬਤ ਹੋਵੇਗੀ। ਸੋ ਇੱਥੇ ਪਹੁੰਚ ਸਰ ਜੀਐਸਟੀ ਬਾਰੇ ਤੁਸੀਂ ਅੱਜ ਸੈਮੀਨਾਰ ਲਾਇਆ ਹੈਗਾ ਤੇ ਜੀ ਲਾਇਆ, ਇਹਦੇ ਵਿੱਚ ਤੁਸੀਂ ਜਾਣਕਾਰੀ ਦਿੱਤੀ ਹੈ, ਉਹਦੇ ਬਾਰੇ ਚਾਨਣਾ ਪਾਓ ਵੀ ਆਮ ਜਨਤਾ ਨੂੰ ਪਤਾ ਲੱਗ ਜਾਵੇ ਵੀ ਜੀਐਸਟੀ ਕੀ ਚੀਜ਼ ਹੈ। ਜੀਐਸਟੀ ਇੱਕ ਨਵਾਂ ਕਾਨੂੰਨ ਹੈ, ਸਾਰਿਆਂ ਨੂੰ ਉਹਦੇ ਬਾਰੇ ਕਈ ਦਿੱਕਤਾਂ ਆ ਰਹੀਆਂ। ਮਹਿਕਮੇ ਵਾਸਤੇ ਵੀ ਨਵਾਂ ਕਾਨੂੰਨ ਹੈ, ਤੇ ਜਿਹੜਾ ਦੂਜੇ ਸਟੇਕ ਹੋਲਡਰ ਹੈ, ਕੰਜ਼ਿਊਮਰ ਜਿਹਨੇ ਟੈਕਸ ਪੇ ਕਰਨਾ ਹੈ, ਤੇ ਟੈਕਸ ਕਲੈਕਟਰ ਦੁਕਾਨਦਾਰ, ਉਹਦੇ ਵਾਸਤੇ ਵੀ ਇੱਕ ਨਵਾਂ ਹੈਗਾ। ਤਾਂ ਇਸ ਕਰਕੇ ਇਹ ਇੰਟਰੈਕਟਿਵ ਸੈਸ਼ਨ ਸੀ ਜੋ ਅਸੀਂ ਅਰੇਂਜ ਕੀਤਾ ਹੈ ਵਪਾਰੀਆਂ ਵਾਸਤੇ, ਵੀ ਜੀਐਸਟੀ ਤੋਂ ਘਬਰਾਉਣ ਦੀ ਲੋੜ ਨਹੀਂ ਗੀ। ਜੀਐਸਟੀ ਬੜਾ ਸਰਲ ਸਿਸਟਮ ਹੈ, ਵੈਟ ਦੀ ਤਰ੍ਹਾਂ ਹੀ ਮੇਨ ਰੱਖਿਆ ਗਿਆ, ਇਹਦੇ 'ਚ ਕੋਈ ਕਨਸੈਪਟ ਨਹੀਂ ਚੇਂਜ ਕੀਤਾ ਗਿਆ। ਫਰਕ ਸਿਰਫ ਇੰਨਾ ਹੈ ਕਿ ਹੁਣ ਆਲ ਇੰਡੀਆ ਲੈਵਲ ਤੇ ਇੱਕੋ ਹੀ ਟੈਕਸ ਲੱਗੂਗਾ, ਤੇ ਵਪਾਰੀ ਨੇ ਇੱਕੋ ਹੀ ਟੈਕਸ ਕਲੈਕਟ ਕਰਨਾ ਹੈ, ਤੇ ਕੰਜ਼ਿਊਮਰ ਨੇ ਇੱਕੋ ਹੀ ਟੈਕਸ ਪੇ ਕਰਨਾ ਹੈ। ਇਹਦੇ ਨਾਲ ਜਿਹੜੇ ਆ ਚੀਜ਼ਾਂ ਦੇ ਰੇਟ ਘਟਣਗੇ, ਤੇ ਜੋ ਇਨਫਲੇਸ਼ਨ ਹੈ ਉਹ ਸਾਡੀ ਘਟੂਗੀ। ਜੀਐਸਟੀ ਬਾਰੇ ਲੋਕਾਂ ਨੂੰ ਹਾਲੇ ਬਿਲਕੁਲ ਵੀ ਅਵੇਅਰਨੈਸ ਹੈ ਨਹੀਂ। ਤੁਸੀਂ ਇੱਥੇ 15-20 ਬੰਦੇ 50 ਬੰਦੇ ਹੋਣਗੇ ਤੇ ਪੂਰਾ ਪੰਜਾਬ ਪੂਰਾ ਇੰਡੀਆ ਪਿਆ ਹੈ, ਉਹਦੇ ਬਾਰੇ ਕਿਵੇਂ ਅਵੇਅਰਨੈਸ ਹੋਣਗੇ, ਲੋਕ ਕਿਵੇਂ awareness? ਦੇਖੋ ਜੀਐਸਟੀ ਸਟੇਟ ਲੈਵਲ ਤੇ ਲੱਗਣ ਜਾ ਰਿਹਾ। ਅਸੀਂ ਜਿਹੜਾ ਇੱਕ ਉਪਰਾਲਾ HDFC ਬੈਂਕ ਵੱਲੋਂ ਸੀਗਾ, ਜਿਹੜੇ ਸਾਡੇ ਵੱਲੋਂ ਉਪਰਾਲੇ ਆ ਉਹ ਲਗਾਤਾਰ ਚੱਲ ਰਹੇ ਆ। ਅਸੀਂ ਡੇਲੀ ਬੇਸਿਸ ਤੇ ਸੈਮੀਨਾਰ ਲਾ ਰਹੇ ਹਾਂ, ਜਿਹਦੇ ਵਿੱਚ ਅਸੀਂ ਵੱਖਰੀਆਂ ਐਸੋਸੀਏਸ਼ਨਾਂ ਨੂੰ ਕਿਹਾ ਹੋਇਆ ਉਹ ਸੈਮੀਨਾਰ ਅਰੇਂਜ ਕਰਦੀਆਂ। ਅਸੀਂ ਉਹਨਾਂ ਨੂੰ ਜਿਹੜਾ ਹੈ ਜੀਐਸਟੀ ਬਾਰੇ ਸਮਝਾਉਣੇ ਆ। ਡਿਪਾਰਟਮੈਂਟ ਸਾਨੂੰ ਇਸ ਬਾਰੇ ਕਹਿ ਰਿਹਾ ਕਿ ਅਸੀਂ ਵੱਖਰੀ ਜਗ੍ਹਾ ਤੇ ਜਾ ਕੇ ਉਸਦੇ ਸੈਮੀਨਾਰ ਲਾ ਰਹੇ ਹਾਂ। ਇਸ ਦੇ ਸੈਮੀਨਾਰ ਮੁਕਤਸਰ ਵੀ ਚੱਲ ਰਹੇ ਆ, ਮਲੋਟ ਵੀ ਚੱਲ ਰਹੇ ਆ, ਗਿੱਦੜਵਾ ਵੀ ਚੱਲ ਰਹੇ ਆ। ਉਸ ਦੇ ਵਿੱਚ ਜਿਹੜੇ ਸਾਰੇ ਵਪਾਰੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਕਿ ਉਹ ਕਿਸੇ ਵੀ ਤਰ੍ਹਾਂ ਦਾ ਆ ਕੇ ਕੋਈ ਵੀ ਸਵਾਲ ਜਿਹੜਾ ਕਿ ਉਸਦਾ ਜੀਐਸਟੀ ਦੇ ਰਿਗਾਰਡਿੰਗ ਹੈ ਉਹ ਪੁੱਛ ਸਕਦੇ ਆ। ਜੀਐਸਟੀ ਦੇ ਅਕੋਰਡਿੰਗ ਜੇ ਟੈਲੀਕਾਮ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਮੋਬਾਈਲ ਕੰਪਨੀਆਂ ਨਾਲ ਰਿਲੇਟਡ ਆ, ਜਾਂ ਜਿਸ ਤਰ੍ਹਾਂ ਕਿ ਹੁਣ ਨਿੱਕੇ ਮੋਟਾ ਵਪਾਰੀ ਆ ਮੋਬਾਈਲ ਸਿਮ ਵੇਚਦੇ ਆ ਜਾਂ ਟੈਕਸੀ ਪਾਉਂਦੇ, ਉਹਦੇ ਬਾਰੇ ਇਹਨਾਂ ਨੂੰ ਕੀ? ਦੇਖੋ ਪਹਿਲੀ ਗੱਲ ਤਾਂ ਕਿ ਛੋਟਾ ਵਪਾਰੀ ਜੀਐਸਟੀ ਦੇ ਦਾਇਰੇ ਤੋਂ ਬਾਹਰ ਹੈ। 20 ਲੱਖ ਤੱਕ ਦੀ ਜਿਹੜੀ ਟਰਨਓਵਰ ਹੈ ਉਹ ਇਸੇ ਕਰਕੇ ਰੱਖੀ ਗਈ ਹੈ ਵੀ ਜਿਹਦਾ ਛੋਟਾ ਕਾਰੋਬਾਰ ਹੈ ਉਹਨੂੰ ਜੀਐਸਟੀ ਕੋਈ ਕਲੈਕਟ ਕਰਨ ਦੀ ਲੋੜ ਨਹੀਂ, ਉਹ ਟੈਕਸ ਕੋਈ ਸਰਕਾਰ ਦੇ ਬਿਹਾਫ ਤੇ ਕਲੈਕਟ ਨਹੀਂ ਕਰੂਗਾ, ਠੀਕ ਹੈ। ਲੇਕਿਨ ਜਿਹੜੇ ਵੱਡੇ ਵਪਾਰੀ ਹੈ ਉਹਨਾਂ ਲਈ ਵੀ ਜਿਹੜਾ ਹੈ ਜੀਐਸਟੀ ਨੂੰ ਬਹੁਤ ਸਰਲ ਰੱਖਿਆ ਗਿਆ। ਵੈਟ ਦੇ ਵਿੱਚ ਜੋ ਕਮੀਆਂ ਸੀਗੀਆਂ ਉਹਨੂੰ ਜੀਐਸਟੀ ਦੇ ਵਿੱਚ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਟੈਲੀਕਾਮ ਇੱਕ ਖਾਸ ਸੈਕਟਰ ਬਾਰੇ, ਉਹ ਪਹਿਲਾਂ ਸਰਵਿਸਿਜ਼ ਨੂੰ ਵੀ ਡੀਲ ਕਰਦਾ ਸੀ, ਉਹ 'ਤੇ ਸਰਵਿਸ ਟੈਕਸ ਲੱਗਦਾ ਸੀਗਾ, ਫਿਰ ਉਹ 'ਤੇ ਸਟੇਟ ਦਾ ਟੈਕਸ ਲੱਗ ਜਾਂਦਾ ਸੀ। ਉਹਦੇ ਨਾਲ ਕਿਸੇ ਚੀਜ਼ ਦੀ ਕੀਮਤ ਵੱਧ ਜਾਂਦੀ ਸੀਗੀ। ਜਿਵੇਂ ਜੀਐਸਟੀ ਹੈ, ਸਰਵਿਸ ਟੈਕਸ ਹੈ, ਜਿਹੜੀ ਇੱਕ ਮੋਬਾਈਲ ਕੰਪਨੀ ਹੈ, ਜਦੋਂ ਆਪਾਂ ਬਿੱਲ ਪੇ ਕਰਦੇ ਹਾਂ ਤਾਂ ਬਿੱਲ ਦੇ ਵਿੱਚ ਸਰਵਿਸ ਟੈਕਸ ਲੱਗ ਕੇ ਆਉਂਦਾ, ਠੀਕ ਹੈ, ਤੇ ਮੋਬਾਈਲ ਦੇ ਉੱਪਰ ਕੀ ਲੱਗਦਾ, ਵੈਟ ਲੱਗਦਾ ਜਿਹੜੀ ਉਹਦੀ ਸੇਲ ਦੇ ਉੱਪਰ। ਤਾਂ ਦੋਵਾਂ ਨੂੰ ਕਲੱਬ ਕਰਕੇ ਹੁਣ ਇਕੱਲਾ ਜੀਐਸਟੀ ਲਾ ਦਿੱਤਾ ਗਿਆ। ਤਾਂ ਇਹਦਾ ਕਾਰਨ ਕੀ ਹੋਊਗਾ, ਹੁਣ ਚੀਜ਼ਾਂ ਦੀਆਂ ਕੀਮਤਾਂ ਘਟਣਗੀਆਂ। ਹਰ ਇੱਕ ਸੈਕਟਰ ਨੂੰ ਇਸ ਨਾਲ ਫਾਇਦਾ ਹੋਊਗਾ, ਇਕੱਲਾ ਕੋਈ ਟੈਲੀਕਾਮ ਸੈਕਟਰ ਨਹੀਂ, ਜਿੰਨੇ ਵੀ ਸੈਕਟਰ ਹਨ ਹਰ ਇੱਕ ਸੈਕਟਰ ਨੂੰ ਫਾਇਦਾ ਹੋਊਗਾ। ਟੈਲੀਕਾਮ 'ਚ ਪ੍ਰੀਪੇਡ ਸੈਕਟਰ ਦੇ ਵਿੱਚ ਟ੍ਰਾਂਜੈਕਸ਼ਨ ਜ਼ਿਆਦਾ ਹੁੰਦੀ ਹੈ। ਇੱਕ ਕੰਪਨੀ ਦਾ ਇੱਕ ਦੁਕਾਨਦਾਰ 3 ਤੋਂ 5,000 ਰੁਪਏ ਡੇਲੀ ਵੇਚਦਾ ਹੈ। 7-8 ਕੰਪਨੀਆਂ ਅੱਟੂ 40,000 ਰੁਪਇਆ ਡੇਲੀ ਹੋ ਗਿਆ, ਯਾਨੀ ਕਿ 4 ਦੀ 12 1 ਕਰੋੜ ਰੁਪਏ ਦੀ ਸੇਲ ਉਹ ਬੰਦਾ ਕਰ ਦਿੰਦਾ ਹੈ ਖੁਦ ਆਪ, ਸਾਲ ਦੇ ਵਿੱਚ 1.5 ਕਰੋੜ ਸੇਲ ਕਰਦਾ। ਪਰ ਉਹ ਜੇ ਮਾਰਜਨ ਬੜਾ ਛੋਟਾ ਉਹਨਾਂ ਦਾ, ਕਿ ਉਹਨਾਂ ਨੂੰ ਜੀਐਸਟੀ ਲੈਣਾ ਪਊਗਾ। ਦੇਖੋ ਮੈਂ ਹੁਣੇ ਕਿਹਾ ਕਿ ਜੇ 20 ਲੱਖ ਤੋਂ ਉੱਪਰ ਦੀ ਸੇਲ ਹੈ ਤਾਂ ਉਹਨੂੰ ਜੀਐਸਟੀ ਨੰਬਰ ਲੈਣਾ ਹੀ ਪਊਗਾ। ਹੁਣ ਜੇ ਮਾਰਜਨ ਦੀ ਗੱਲ ਕਰੀਏ, ਟੈਕਸ ਤਾਂ ਮਾਰਜਨ ਤੇ ਹੀ ਪੇ ਹੋ ਰਿਹਾ ਹੈ, ਟੈਕਸ ਪੂਰੀ ਕੀਮਤ ਤੇ ਪੇ ਨਹੀਂ ਹੁੰਦਾ, ਕਿਉਂਕਿ ਵੈਲਿਊ ਐਡੀਸ਼ਨ ਜੋ ਬੇਸਿਕ ਫੰਡਾਮੈਂਟਲ ਸੀ ਵੈਟ ਦਾ ਉਹ ਉਵੇਂ ਹੀ ਹੈ, ਉਹ ਨਹੀਂ ਚੇਂਜ ਹੋਇਆਗਾ। ਟੈਕਸ ਵੈਲਿਊ ਐਡੀਸ਼ਨ ਦੇ ਉੱਪਰ ਹੀ ਪੇ ਹੋਣਾ ਹੈ। ਜੇ ਤੁਹਾਡਾ ਮਾਰਜਨ 1% ਹੈ ਤਾਂ ਤੁਸੀਂ 1% ਤੇ ਪੇ ਕਰਨਾ ਹੈ, ਜੇ ਤੁਹਾਡਾ ਮਾਰਜਨ 0.5% ਹੈ ਤੁਸੀਂ 0.5% ਤੇ ਪੇ ਕਰਨਾ ਹੈ, ਜੇ ਤੁਹਾਡਾ ਮਾਰਜਨ 0 ਹੈ ਤਾਂ ਤੁਸੀਂ ਕੋਈ ਟੈਕਸ ਨਹੀਂ ਪੇ ਕਰਨਾ। ਨਹੀਂ ਇਹਦਾ ਮਤਲਬ ਫਿਰ ਜਿਹੜਾ ਵੈਟ ਦਾ ਨਾਂ ਹੀ ਬਦਲਿਆ ਕਿ ਨਹੀਂ ਸਰ, ਵੈਟ ਦਾ ਇਕੱਲਾ ਨਾਂ ਨਹੀਂ ਬਦਲਿਆ ਗਾ। ਵੈਟ ਦੇ ਵਿੱਚ ਸਿਰਫ ਗੁੱਡਸ ਸੀਗੀਆਂ, ਸਰਵਿਸਿਜ਼ ਨਹੀਂ ਸੀਗੀਆਂ। ਹੁਣ ਕੀ ਹੋ ਗਿਆ, ਗੁੱਡਸ ਐਂਡ ਸਰਵਿਸਿਜ਼ ਟੈਕਸ, ਭਾਵ ਗੁੱਡਸ ਵੀ ਆ ਗਈਆਂ ਤੇ ਸਰਵਿਸਿਜ਼ ਵੀ ਆ ਗਈਆਂ। ਯਾਨੀ ਕਿ ਜਿਹੜੇ ਆਪਾਂ ਸਰਵਿਸਿਜ਼ ਲੈਂਦੇ ਸੀਗੇ ਉਹਨੂੰ ਵੀ ਕੰਬਾਈਨ ਕਰਤਾ। ਸਰਵਿਸਿਜ਼ ਸੈਂਟਰ ਕੋਲੇ ਸੀਗੀਆਂ, ਜਦੋਂ ਚੀਜ਼ਾਂ ਮੈਨੂਫੈਕਚਰ ਹੁੰਦੀਆਂ ਸੀ ਉਹ ਤੇ ਐਕਸਾਈਜ਼ ਡਿਊਟੀ ਲੱਗਦੀ ਸੀ, ਉਹ ਸੈਂਟਰ ਕੋਲੇ ਸੀ, ਤੇ ਵੈਟ ਸਟੇਟ ਕੋਲੇ ਸੀ। ਉਹਦੇ ਨਾਲ ਕੀ ਹੁੰਦਾ ਸੀ, ਜਿਹੜਾ ਸੈਂਟਰ ਕੋਲੇ ਟੈਕਸ ਪੇ ਹੁੰਦੇ ਸੀ ਉਹਦੇ ਕ੍ਰੈਡਿਟ ਸਟੇਟ ਦੇ ਵਪਾਰੀ ਨੂੰ ਨਹੀਂ ਮਿਲਦੇ ਸੀ, ਉਹਦੇ ਖਰਚਿਆਂ 'ਚ ਸ਼ਾਮਲ ਹੋ ਜਾਂਦੇ ਸੀਗੇ। ਹੁਣ ਉਹ ਖਰਚਿਆਂ 'ਚ ਨਹੀਂ ਸ਼ਾਮਲ ਹੋਣਗੇ, ਉਹਦਾ ਨੂੰ ਕ੍ਰੈਡਿਟ ਮਿਲੂਗਾ। ਉਹਦੇ ਨਾਲ ਕੀ ਹੋਊਗਾ, ਜਿਹੜਾ ਅੰਤਿਮ ਖਪਤਕਾਰ ਹੈ, ਐਂਡ ਕੰਜ਼ਿਊਮਰ ਹੈ, ਉਹਨੂੰ ਚੀਜ਼ ਘੱਟ ਰੇਟ ਤੇ ਮਿਲੂਗੀ। ਕਿਉਂਕਿ ਟੈਕਸ ਤਾਂ ਅੰਤਿਮ ਖਪਤਕਾਰ ਨਹੀਂ ਦੇਣਾ, ਜੋ ਐਂਡ ਕਸਟਮਰ ਹੈ ਉਹਦਾ ਟੈਕਸ ਦਾ ਬੋਝ ਤਾਂ ਅੰਤਿਮ ਉਹਦੇ 'ਤੇ ਹੀ ਪੈਂਦਾ। ਹੁਣ ਬੋਝ ਉਹ 'ਤੇ ਘਟੂਗਾ।